उम्मत वास्ते ਜਿਹੜਾ ਇਨਸਾਨਾਂ ਨੂੰ ਨੇਕੀ ਦੀ ਤੌਫੀਕ ਅਤਾ ਕਰਦਾ ਹੈ। ਦਰੂਦ ਹੋਵੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਅਕਦਸ ਤੇ, ਜਿਨ੍ਹਾਂ ਦੀ ਗੁਲਾਮੀ ਤੇ ਸਾਨੂੰ ਸਾਰਿਆਂ ਨੂੰ ਫਖਰ ਹੈ। ਸਾਡੇ ਪਿੰਡਾਂ ਥਾਵਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਨਿਕਾਸੀ ਆਪ ਦੇ ਪਾਣੀ ਵਾਸਤੇ ਤਲਾਬ ਬਣਾਏ ਸਨ ਔਰ ਉਹਨਾਂ ਜਗ੍ਹਾ ਛੱਡੀਆਂ ਸਨ, ਔਰ ਉਹ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਹੈ ਉਹਨਾਂ ਤਲਾਬਾਂ ਜਾਂਦਾ ਸੀ, ਜਿਹਦੀ ਵਜ੍ਹਾ ਤੋਂ ਸਾਡੇ ਨਿਕਾਸੀ ਆਪ ਦਾ ਸਿਲਸਿਲਾ ਬੜਾ ਅੱਛਾ ਜਾ ਰਿਹਾ ਸੀ। ਲੇਕਿਨ ਵਕਤ ਗੁਜ਼ਰਦਾ ਰਿਹਾ, ਜਿਉਂ ਆਲੂਦਗੀ ਦੇ ਸਿਲਸਿਲੇ ਅਸੀਂ ਵਧਾਉਂਦੇ ਗਏ ਔਰ ਇਹ ਸਿਲਸਿਲੇ ਜਿਹੜੇ ਨੇ ਪਾਣੀ ਦੀਆਂ ਗੁਜ਼ਰਗਾਹਾਂ ਅਸੀਂ ਬੰਦ ਕਰਦੇ ਗਏ। ਅਸੀਂ ਉਹਨਾਂ ਨੂੰ ਬਜਾਏ ਦੇ ਕੇ ਵਸੀਹ ਕਰਦੇ, ਅਸੀਂ ਉਹਨਾਂ ਨੂੰ ਜਿਸ ਵੇਲੇ ਤੰਗ ਕੀਤਾ ਉਹਨਾਂ ਜੋਹੜਾਂ ਨੂੰ, ਅਤੇ ਉਹਦੇ ਹਾਲਾਤ ਕੀ ਹੋ ਗਏ ਕਿ ਅੱਜ ਕੰਢਣ ਸਿਆਣ ਵਿੱਚ ਮੈਂ ਖਲੋਤਾ ਵਾਂ, ਚੂँਕਿ ਮੇਰਾ ਪਿੰਡ ਹੈ ਔਰ ਆਪਣੇ ਪਿੰਡ ਨਾਲ ਸਾਰਿਆਂ ਨੂੰ ਪਿਆਰ ਹੁੰਦਾ ਹੈ। ਇਸ ਵਕਤ ਮਗਰਬੀ ਮੁਹੱਲਾ ਜਾਮਿਆ ਮਸਜਿਦ ਗੌਸੀਆ ਇਹ ਸਿਰਫ ਇੱਕ ਹਿੱਸਾ ਜਿਹੜਾ ਇਹ ਤੁਹਾਨੂੰ ਵਿਖਾਇਆ ਜਾ ਰਿਹਾ ਹੈ ਕਿ ਇਹ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਚੁੱਕਿਆ। ਨਮਾਜ਼ੀਆਂ ਨੂੰ ਪਰੇਸ਼ਾਨੀ ਹੈ, ਆਉਣ ਵਾਲਿਆਂ ਨੂੰ ਪਰੇਸ਼ਾਨੀ ਹੈ, ਔਰ ਕੋਈ ਬੰਦਾ ਵੀ ਇੱਥੋਂ ਅੱਛੇ ਤਰੀਕੇ ਨਾਲ ਲੰਘ ਨਹੀਂ ਸਕਦਾ ਬਗੈਰ ਕੱਪੜੇ ਖ਼ਰਾਬ ਕਰਨ ਤੋਂ। ਇਹ ਕਿਉਂ ਸਿਲਸਿਲੇ ਹੋ ਰਹੇ ਨੇ ਔਰ ਇਹਦੀ ਵਜ੍ਹਾ ਤੋਂ ਇਹਨਾਂ ਪੂਰੇ ਮਹੱਲੇ ਵਾਲਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਵਬਾਲ ਬਣ ਗਈ ਹੈ। ਇੱਥੇ ਕਿਸੇ ਦੀ ਬੱਚੀ ਦੀ ਸ਼ਾਦੀ ਹੈ, ਉਹਨਾਂ ਦੇ ਮਹਿਮਾਨਾਂ ਨੇ ਆਉਣਾ ਜਾਂ ਜਿੰਨੇ ਵੀ ਸਿਲਸਿਲੇ ਨੇ ਉਹ ਇੰਤਹਾਈ ਜਿਹੜੇ ਨਾ ਉਹ ਹਾਲਾਤ ਖ਼ਰਾਬ ਹੋ ਚੁੱਕੇ ਨੇ। ਅਤੇ ਇਸ ਵਕਤ ਅਹਿਲੇ ਮੁਹੱਲਾ ਮੇਰੇ ਨਾਲ ਮੌਜੂਦ ਨੇ ਅਤੇ ਮੈਂ ਉਹਨਾਂ ਨਾਲ ਤੁਹਾਡੀ ਗੱਲ ਕਰਾਵਾਂਗਾ ਔਰ ਉਹਨਾਂ ਨੂੰ ਕੀ ਪ੍ਰੋਬਲਮ ਨੇ ਔਰ ਕਿਸ ਮੁਸ਼ਕਲ ਜ਼ਿੰਦਗੀ ਜਿਹੜੀ ਉਹ ਗੁਜ਼ਾਰ। ਸਭ ਤੋਂ ਪਹਿਲਾਂ ਮੈਂ ਗੱਲ ਕਰਾਵਾਂਗਾ ਜੀ ਸਾਡੇ ਭਾਈ ਖਾਲਦ ਮਹਿਰ ਸਾਹਿਬ ਨੇ ਮਾਸ਼ਾਅੱਲਾ, ਔਰ ਚੂँਕਿ ਦੁਕਾਨਦਾਰ ਵੀ ਨੇ, ਤਾਜਰ ਵੀ ਨੇ ਔਰ ਇਸ ਮੁਹੱਲੇ ਦੇ ਰਹਿਣ ਵਾਲਾ ਵੀ ਨੇ, ਅਤੇ ਆਓ ਮੈਂ ਉਹਨਾਂ ਨਾਲ ਤੁਹਾਡੀ ਗੱਲ ਕਰਾਉਣਾ ਜੀ। ਅਸਲਾਮ ਵਾਲੇਕੁਮ ਜੀ। ਅਸਲਾਮ ਵਾਲੇਕੁਮ ਜੀ। ਸਰ ਜੀ ਇਹ ਦੱਸੋ ਕਿ ਇਹ ਜਿਹੜੇ ਹਾਲਾਤ ਨੇ ਇਹ ਤਾਂ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੇ ਨੇ, ਇਸ ਹਵਾਲੇ ਨਾਲ ਤੁਸੀਂ ਕੋਈ ਗੱਲ ਕਰਨਾ ਚਾਹੋਗੇ? ਆਲਾ ਹਕਾਮ ਨੂੰ ਕੋਈ ਗੱਲ ਕਰਨਾ ਚਾਹੋ ਤੁਸੀਂ? ਆਲਾ ਹਕਾਮ ਅੱਗੇ ਅਪੀਲ ਇਹ ਹੀ ਹੈ ਵੀ ਸਾਡੇ ਆ ਮਹੱਲੇ ਦਾ ਜਨਾਬੇ ਲਈ ਸਿਸਟਮ ਜਿਹੜਾ ਠੀਕ ਕੀਤਾ ਜਾਏ ਕਿਸੇ ਵੀ ਤਰੀਕੇ, ਕਿਉਂਕਿ ਅਹਿਲੇ ਮਹੱਲਾ ਜਿਹੜੇ ਨੇ ਬਹੁਤ ਹੀ ਪਰੇਸ਼ਾਨ ਨੇ। ਮਸਜਿਦ ਦੇ ਨਮਾਜ਼ੀ ਆ ਨਹੀਂ ਸਕਦੇ ਇੱਥੋਂ, ਜਿੰਨੇ ਵੀ ਆਉਂਦੇ ਨੇ ਉਹਨਾਂ ਦੇ ਜਨਾਬ ਕੱਪੜੇ ਖ਼ਰਾਬ ਹੋ ਜਾਂਦੇ ਨੇ, ਔਰ ਜੋ ਵੀ ਆਲੇ ਦੁਆਲੇ ਦੇ ਘਰ ਨੇ ਉਹ ਜਨਾਬ ਸਾਰੇ ਇੱਥੋਂ ਕੱਪੜੇ ਟੁੰਗ ਕੇ ਲੰਘਦੇ ਨੇ। ਅਤੇ ਇਹ ਆਲਾ ਹੁਕਾਮ ਨੂੰ ਗੁਜ਼ਾਰਿਸ਼ ਹੈ ਵੀ ਇਹਦੇ 'ਤੇ ਨੋਟਿਸ ਲਿਆ ਜਾਏ। ਸਾਡੇ ਬੜੇ ਅੱਛੇ ਦੋਸਤ, ਬੜੇ ਪਿਆਰੇ ਆਲਮ ਦੀਨ ਇਸ ਇਲਾਕੇ ਦੇ ਮਾਸ਼ਾਅੱਲਾ ਹਜ਼ਰਤ ਅਲਾਮਾ ਮੌਲਾਨਾ ਸਾਜਿਦ ਨਕਸ਼ਬੰਦੀ ਸਾਹਿਬ, ਜਿਹੜੇ ਕਿ ਇਮਾਮ ਮਸਜਿਦ ਵੀ ਨੇ, ਖਤੀਬ ਵੀ ਨੇ ਔਰ ਮਾਸ਼ਾਅੱਲਾ ਸਾਡਾ ਫਖਰ ਨੇ, ਚੂँਕਿ ਉਹ ਇਸ ਮਸਜਿਦ ਦੇ ਵਿੱਚ ਇਮਾਮਤ ਖਿਤਾਬਤ ਕਰਵਾਉਂਦੇ ਨੇ। ਅਤੇ ਸਾਫ਼ ਜ਼ਾਹਿਰ ਹੈ ਕਿ ਨਮਾਜ਼ੀ ਜਦੋਂ ਇਹਨਾਂ ਤੱਕ ਟੁਰ ਕੇ ਆਉਂਦੇ ਨੇ ਅਤੇ ਉਹ ਆਪਣੇ ਹਾਲਾਤ ਵੀ ਔਰ ਖੁਦ ਵੀ ਇਹ ਜਾਂਦੇ ਰਹਿੰਦੇ ਨੇ। ਅਤੇ ਆਓ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਉਣਾ ਜੀ। ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਅਸਲਾਮ ਵਰਹਿਮਤੁल्लाह। ਸਰ ਪਹਿਲਾਂ ਤਾਂ ਬੜੀ ਮਿਹਰਬਾਨੀ ਕਿ ਤੁਸੀਂ ਸਾਨੂੰ ਵਕਤ ਦਿੱਤਾ। ਇਹ ਜੋ ਹਾਲਾਤ ਨੇ ਇਹਦੇ ਹਵਾਲੇ ਨਾਲ ਤੁਸੀਂ ਕੋਈ ਗੱਲ ਕਰਨਾ ਚਾਹੋ? ਬਿਸਮਿल्लाहिर्रहमानिर्रहीम। ਸਭ ਤੋਂ ਪਹਿਲੇ ਤਾਂ ਅਸੀਂ ਸਾਹਿਬ ਦਾ ਸ਼ੁਕਰੀਆ ਅਦਾ ਕਰਨੇ ਹਾਂ ਕਿ ਜਿਨ੍ਹਾਂ ਨੇ ਸਾਡੇ ਮਹੱਲੇ ਦੇ ਇਸ ਮਸਲੇ ਨੂੰ ਆਪਣਾ ਮਸਲਾ ਸਮਝਿਆ ਔਰ ਇਸ ਦਰਦ ਨੂੰ ਨਾਲ ਲੈ ਕੇ ਆਏ ਨੇ ਔਰ ਸਾਡੇ ਆਵਾਜ਼ ਸੁਣਨ ਵਾਸਤੇ ਔਰ ਅਹਕਾਮ ਬਾਲਾ ਤੱਕ ਪਹੁੰਚਾਉਣ ਵਾਸਤੇ ਇਹ ਤੁਸੀਂ ਤਸ਼ਰੀਫ ਲਿਆਏ, ਤੁਹਾਡਾ ਬੜਾ ਸ਼ੁਕਰੀਆ। ਦੂਸਰਾ, ਸਾਡੇ ਆਪਣੇ ਕਸਬਾ ਕੰਢਣ ਸਿਆਣ ਦੇ ਜਿਹੜੇ ਜ਼ਿੰਮੇਦਾਰਾਂ ਨੇ ਉਹਨਾਂ ਤੋਂ ਲੈ ਕੇ ਉੱਤੇ ਤੱਕ ਸਾਰਿਆਂ ਅੱਗੇ ਅਸੀਂ ਅਪੀਲ ਕਰਾਂਗੇ ਕਿ ਯਕੀਨਨ ਸਾਡਾ ਇਹ ਮਹੱਲਾ ਇਸ ਵੇਲੇ ਬੜੇ ਕਰਬ ਦੇ ਵਿੱਚ ਮੁਬਤਲਾ ਹੈ, ਬੜੀ ਤਕਲੀਫ ਦਾ ਸਾਹਮਣਾ ਹੈ ਇਸ ਗੰਦੇ ਪਾਣੀ ਦੀ ਵਜ੍ਹਾ ਤੋਂ। ਮੈਂ ਸੋਚ ਰਿਹਾ ਸਾਂ ਕਿ ਅੱਜ 2 ਫਰਵਰੀ ਹੈ ਔਰ 6 ਫਰਵਰੀ ਨੂੰ ਇਹ ਹੀ ਮਸਜਿਦ ਦੇ ਹਮਸਾਏ ਨਾਲ ਹੀ ਘਰ ਹੈ, ਉਹਨਾਂ ਦੀ ਬੱਚੀ ਦੀ ਸ਼ਾਦੀ ਵੀ ਹੈ, ਮਹਿਮਾਨ ਵੀ ਆਉਣੇ ਔਰ ਪਿਛਲਿਆਂ ਦਿਨਾਂ ਦੇ ਵਿੱਚ ਫੌਤਗੀ ਵੀ ਹੋਈ ਹੈ ਔਰ ਇਹ ਸਾਡੇ ਮਹੱਲੇ ਵਿੱਚ ਔਰ ਜਨਾਜ਼ਾ ਜਿਹੜਾ ਉਹ ਕਿਧਰੋਂ ਦੂਸਰੇ ਰਸਤਿਆਂ ਤੋਂ ਲੈ ਕੇ ਤੇ ਜਨਾਜ਼ਗਾਹ ਤੱਕ ਲੈ ਕੇ ਜਾਣਾ ਪਿਆ ਔਰ ਯਕੀਨਨ ਮਹਿਮਾਨਾਂ ਦੇ ਸਾਹਮਣੇ ਬਹੁਤ ਜ਼ਿਆਦਾ ਸ਼ਰਮਿੰਦਗੀ ਵੀ ਹੈ ਔਰ ਬੇਇੱਜ਼ਤੀ ਵੀ ਹੈ ਔਰ ਯਕੀਨਨ ਖੁਸੂਸਨ ਅਹਲੀਆਨੇ ਕੰਢਣ ਸਿਆਣ ਦੇ ਜਿਹੜੇ ਜ਼ਿੰਮੇਦਾਰਾਨ ਨੇ, ਮੈਂ ਉਹਨਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਕੱਲ੍ਹ ਨੂੰ ਤੁਸੀਂ ਇਸ ਮਹੱਲੇ 'ਚ ਵੋਟ ਲੈਣ ਵਾਸਤੇ ਵੀ ਆਉਣਾ, ਲੇਕਿਨ ਇਹ ਸੋਚ ਲਓ ਕਿ ਅੱਜ ਤੁਸੀਂ ਇਸ ਮਹੱਲੇ ਦਾ ਅਗਰ ਖਿਆਲ ਨਹੀਂ ਕਰਦੇ ਤਾਂ ਯਕੀਨਨ ਇਹ ਮਸਲਾ ਕੱਲ੍ਹ ਜਦੋਂ ਵੋਟ ਮੰਗਣ ਵਾਸਤੇ ਤੁਸੀਂ ਇਸ ਮਹੱਲੇ ਵਿੱਚ ਆਓਗੇ ਇਹ ਮਸਲਾ ਤੁਹਾਡੇ ਆੜੇ ਆਏਗਾ। ਇਹ ਆਪਣੀ ਜ਼ਿੰਮੇਦਾਰੀ ਨੂੰ ਸਮਝੋ। ਮੈਂ ਗੁਜ਼ਾਰਿਸ਼ ਕਰਾਂਗਾ, ਮੋਤਬਾਨਾ ਗੁਜ਼ਾਰਿਸ਼ ਕਰਾਂਗਾ ਕਿ ਆਪਣੀ ਜ਼ਿੰਮੇਦਾਰੀ ਨੂੰ ਨਿਭਾਓ। ਇਹ ਤੁਹਾਡੇ ਉੱਤੇ ਜ਼ਿੰਮੇਦਾਰੀ ਆਇਦ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਣੇ ਘਰ, ਆਪਣੇ ਮਹੱਲੇ ਜਿਹੜੇ ਯਾਨੀ ਚੜ੍ਹਦੇ ਮਹੱਲੇ, ਮਸ਼ਰਕੀ ਮਹੱਲੇ ਜਿਸ ਤਰ੍ਹਾਂ ਸਫਾਈ ਹੈ ਨਾ, ਇਸ ਤਰ੍ਹਾਂ ਮਗਰਬੀ ਮਹੱਲੇ ਦੀ ਵੀ ਸਫਾਈ ਹੋਣੀ ਚਾਹੀਦੀ ਹੈ। ਇਹ ਵੀ ਤੁਹਾਡਾ ਮਹੱਲਾ ਹੈ, ਤੁਹਾਡਾ ਹੀ ਗਾँव ਹੈ, ਇਹਨੂੰ ਆਪਣੀ ਜ਼ਿੰਮੇਦਾਰੀ ਨੂੰ ਸਮਝੋ ਔਰ ਆਪਣੀ ਜ਼ਿੰਮੇਦਾਰੀ ਨੂੰ ਨਿਭਾਓ। ਇਹ ਤੁਹਾਡੀ ਮਿਹਰਬਾਨੀ, ਕਿਉਂਕਿ ਮਸਜਿਦ ਦਾ ਮਾਮਲਾ, ਮਹੱਲੇ ਦਾ ਮਾਮਲਾ
ਪਰੇਸ਼ਾਨੀਆਂ ਛੋਟੀਆਂ ਬੱਚੇ ਜਿਹੜੇ ਸਕੂਲ ਜਾਂਦੇ ਨੇ, ਉਹ ਤੁਹਾਡੇ ਵੀ ਸਾਡੇ ਵੀ ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ। ਤੇ ਇਹ ਮੁਸੀਬਤਾਂ ਅੱਗੇ ਪਰੇਸ਼ਾਨੀਆਂ ਖੁਸ਼ੀਆਂ ਗਮੀਆਂ ਸਾਰੀਆਂ ਪਿੰਡਾਂ ਦੀਆਂ ਸਾਂਝੀਆਂ ਹੁੰਦੀਆਂ ਸਨ, ਲੇਕਿਨ ਅੱਜ ਤਫਰੀਕ ਨਜ਼ਰ ਆ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਲਿਹਾਜ਼ਾ ਅੱਜ ਵਕਤ ਵੀ ਹੈ ਵੇ, ਇਲੈਕਸ਼ਨ ਵੀ ਸਿਰ ਤੇ ਨੇ, ਆਪਣੀ ਜ਼ਿੰਮੇਵਾਰੀ ਨੂੰ ਨਿਭਾਓ ਔਰ ਬਰਾਏ ਮਿਹਰਬਾਨੀ ਸਾਡੀ ਇਸ ਮਹੱਲੇ ਦੀ ਇਸ ਪਰੇਸ਼ਾਨੀ ਨੂੰ ਰਫਾ ਕਰੋ ਔਰ ਇਸ ਮਸਲੇ ਨੂੰ ਹੱਲ ਕਰੋ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਇਸ ਵਕਤ ਮੈਂ ਇੱਕ ਆਪਣਾ ਸਾਡੇ ਭਾਈ ਨੇ ਜ਼ਹੂਰ ਸੰਧੂ ਸਾਹਿਬ, ਉਹਨਾਂ ਕੋਲ ਖਲੋਤਾ। ਜ਼ਹੂਰ ਸੰਧੂ ਸਾਹਿਬ ਨੂੰ ਜੀ ਤੁਸੀਂ ਵੇਖੋਗੇ ਸਾਫਜ਼ਾਰ ਹੈ, ਜਿਸ ਤਰ੍ਹਾਂ ਮੌਲਾਨਾ ਸਾਹਿਬ ਨੇ ਗੁਫ਼ਤਗੂ ਕੀਤੀ ਸਾਰੇ ਜਾਣਦੇ, ਤੇ ਆਓ ਉਹਨਾਂ ਨਾਲ ਵੀ ਗੱਲ ਕਰਨੇ ਆ ਜੀ। ਅਸਲਾਮ ਵਾਲੇਕਮ ਜੀ। ਜੀ ਵਾਲੇਕਮ ਅਸਲਾਮ ਜੀ ਦਰਵੇਸ਼ੋ, ਕੀ ਹਾਲ ਹੈ? ਠੀਕ ਠਾਕ ਹੋ? ਅੱਲਾਹ ਦਾ ਕਰਮ ਹੈ, ਸ਼ੁਕਰ, ਠੀਕ ਠਾਕ। ਤੁਸੀਂ ਸੁਣਾਓ? ਇਹ ਜਿਹੜੇ ਹਾਲਾਤ ਨੇ, ਤੁਸੀਂ ਇਹ ਦੱਸੋ ਕਿ ਇਹ ਕਿਉਂ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹ ਬਣੇ ਨੇ, ਜਾਂ ਆਉਣ ਵਾਲੇ ਜਿਹੜੇ ਵਕਤ ਵਾਸਤੇ ਮੁਸ਼ਕਲਾਤ ਜਿਹੜੀਆਂ ਉਹਨਾਂ ਦਾ ਹੱਲ ਕੀ ਹੈ? ਸਭ ਤੋਂ ਪਹਿਲੇ ਤਾਂ ਗੱਲ ਇਹ ਵੇ ਕਿ ਸਾਡੇ ਜਿਹੜੇ ਵਡੇਰੇ ਸਨ ਉਹ ਇਸ ਚੀਜ਼ ਦਾ ਖਿਆਲ ਕਰਦੇ ਸਨ ਕਿ ਇੱਕ ਦੂਸਰੇ ਦੀ ਮੁਸ਼ਕਲ ਵਿੱਚ ਅਸੀਂ ਯਾਨੀ ਕਿ ਉਹਨਾਂ ਦੇ ਸ਼ਾਮਲ ਹੁੰਦੇ ਸਾਂ। ਮਾਮਲਾ ਤਾਂ ਅਸੀਂ ਖੁਦ ਆਪ ਵਿਗਾੜੇ ਨੇ ਕਿ ਸਾਡੇ ਜਿਹੜੇ ਤਾਲਾਬ ਨੇ ਜਾਂ ਜਿਹੜੇ ਸਾਡੇ ਛੱਪੜ ਨੇ, ਨਾਲੀਆਂ ਨੇ, ਇਹਨਾਂ ਦੀ ਪਹਿਲੇ ਨੰਬਰ 'ਤੇ ਸਫਾਈ ਨਹੀਂ ਹੋਈ। ਦੂਸਰੀ ਗੱਲ ਹੈ ਕਿ ਸਾਡੇ ਨਾਲ ਜਿਹੜੇ ਸਾਡੇ ਅਹਿਲੇ ਇਲਾਕਾ ਦੇ ਲੋਕ ਜਿਹੜੇ ਸਾਡੇ ਕੋਲ ਵੋਰਡ ਮੈਂਬਰਾਂ ਮੰਗਦੇ ਨੇ ਆਣ ਕੇ, ਉਹ ਸਾਡੇ ਨਾਲ ਤਾਮਨ ਨਹੀਂ ਸਹੀ ਕਰਦੇ। ਮਿਹਰਬਾਨੀ ਹੈ, ਮੈਂ ਉਹਨਾਂ ਦੇ ਅੱਗੇ ਗੁਜ਼ਾਰਿਸ਼ ਕਰਨਾ ਕਿ ਲੰਬੀ ਗੱਲ ਕਰਨ ਦਾ ਮਕਸਦ ਨਹੀਂ, ਸਿਰਫ ਇੱਕ ਹੀ ਗੁਜ਼ਾਰਿਸ਼ ਕਰਨਾ ਕਿ ਮਿਹਰਬਾਨੀ ਸਾਡੇ ਨਾਲ ਤਾਮਨ ਕਰੋ, ਆਣ ਕੇ ਮਹੱਲੇ ਦਾ ਆਣ ਕੇ ਹਾਲ ਵੇਖੋ। ਸਾਡਾ ਪਾਣੀ ਦੇ ਵਿੱਚ ਅਸੀਂ ਸਾਰੇ ਡੁੱਬੇ ਪਏ ਹਾਂ। ਅਗਲੇ ਦਿਨ ਸਾਡਾ ਉਰਸ ਹੋਇਆ, ਇੰਨੀ ਮੁਸ਼ਕਲ ਵਿੱਚ ਸਾਂ ਮੈਂ ਕਿ ਮੈਂ ਇੱਕ ਦਿਨ ਦਾ ਇੱਕ ਬੰਦੇ ਨੂੰ 500 ਰੁਪਈਆ ਦੇ ਕੇ ਤੇ ਉਹਦੀ ਸਫਾਈ ਕਰਾਈ, ਔਰ ਇੱਕ ਦਿਨ ਹੀ ਗੁਜ਼ਰਦਾ ਸੀ ਤੇ ਦੂਸਰੇ ਦਿਨ ਉਹਦੇ ਵਾਸਤੇ ਮੁਸ਼ਕਲ ਫਿਰ ਬਣ ਜਾਂਦੀ ਸੀ। ਲਿਹਾਜ਼ਾ ਆਉਣ ਵਾਲੇ ਲੋਕਾਂ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਇਹ ਤੁਹਾਡੀ ਮਿਹਰਬਾਨੀ, ਸਾਡੀ ਰਹਿਨਮਾਈ ਕਰੋ। ਅਗਰ ਤੁਸੀਂ ਇਹਦਾ ਹੱਲ ਸੋਚ ਸਕਦੇ ਹੋ, ਨਹੀਂ ਸੋਚ ਸਕਦੇ ਤੇ ਫਿਰ ਸਰ ਸਾਨੂੰ ਉਹਦਾ ਜਵਾਬ ਜਿਹੜਾ ਉਤਲੀ ਮੀਡੀਆ ਤੇ ਜਾ ਕੇ ਦੇਣਾ ਪਏਗਾ। ਜੀ, ਅਸਲ 'ਚ ਜਦੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਚੜੀ ਸੀ ਅਲੀ ਭੱਟ ਸਾਹਿਬ ਦੇ ਘਰ ਦੀ, ਉਹ ਇੱਟਾਂ ਰੱਖ ਰਹੇ ਸਨ ਔਰ ਉਹ ਪਾਣੀ ਦੇ ਵਿੱਚ, ਉਹਨਾਂ ਦੇ ਘਰ ਹੁਣ ਵੀ ਬੜਾ ਪਾਣੀ ਹੈ, ਤੁਹਾਨੂੰ ਵੀਡੀਓ ਜਿਹੜੀ ਨਜ਼ਰ ਆ ਰਹੀ ਹੋਏਗੀ ਕਿ ਉਹਨਾਂ ਨੇ ਇੱਟਾਂ ਰੱਖ ਕੇ ਤੇ ਉਹ ਸੋਸ਼ਲ ਮੀਡੀਆ ਤੇ ਚਾੜਿਆ ਸੀ। ਤੇ ਆਓ ਅਸੀਂ ਉਹਨਾਂ ਨਾਲ ਤੁਹਾਡੀ ਜੀ ਸਰ ਜੀ ਕੀ ਹਾਲਾਤ ਨੇ ਇਸ ਵਕਤ ਜਿਹੜੇ ਤੁਸੀਂ ਸਮਝਦੇ ਹੋ ਕਿ ਇਹ ਕਿਸ ਤਰ੍ਹਾਂ ਹੱਲ ਹੋਣੇ ਚਾਹੀਦੇ ਨੇ? ਅਸੀਂ ਸਾਹਿਬ ਮਿਹਰਬਾਨੀ, ਸ਼ੁਕਰੀਆ, ਤੁਸੀਂ ਸਾਡੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਆਏ ਹੋ। ਅਸਾਂ ਨਾ 2-4 ਦਫਾ ਅਹਿਲੇ ਮੁਹੱਲਾ ਨੇ ਆਪਣੀ ਮਦਦ ਆਪ ਦੀ ਤਹਿਤ ਸਫਾਈ ਕਰਵਾਉਣ ਵਾਸਤੇ ਥੋੜ੍ਹੇ ਜਿਹੇ ਪੈਸੇ ਇਕੱਠੇ ਕੀਤੇ, 3 ਜਾਂ 4 ਦਫਾ ਅਸਾਂ ਸਫਾਈ ਕਰਵਾਈ ਹੈ। ਲੇਕਿਨ ਅਹਿਲੇ ਮੁਹੱਲਾ ਦੇ ਸਿਰ 'ਤੇ ਅਸੀਂ ਇੰਨਾ ਕੁ ਕਰ ਸਕਦੇ ਕਿ ਵਕਤੀ ਤੌਰ ਮਹੀਨਾ 2 ਵਾਸਤੇ ਆਪਣੀ ਮੁਸ਼ਕਲ ਨੂੰ ਅਸੀਂ ਖਤਮ ਕਰ ਸਕਦੇ ਹਾਂ। ਉਹ 2-4 ਮਹੀਨੇ ਨਿਕਲਦੇ ਨੇ, ਉਹਦਾ ਕੋਈ ਪੱਕਾ ਹੱਲ ਨਹੀਂ ਹੈ। ਲੇਕਿਨ ਵੇਖੋ ਸਾਰਾ ਮਹੱਲਾ ਡੁੱਬ ਰਿਹਾ, ਅਸੀਂ ਇੱਟਾਂ ਧਰ ਕੇ ਨਮਾਜ਼ੀ ਬੜੇ ਮੁਸ਼ਕਲ ਨਾਲ ਇੱਥੋਂ ਗੁਜ਼ਰ ਰਹੇ ਨੇ, ਤੇ ਉਹ ਜਿਹੜਾ ਪ੍ਰੋਪਰ ਹੱਲ ਹੈ ਉਹ ਤਾਂ ਸਰਕਾਰੀ ਕਿਸੇ ਖਾਤੀ ਹੋ ਸਕਦੀ ਜਾਂ ਗੌਰਮੈਂਟ ਕਰਵਾ ਸਕਦੀ ਹੈ। ਅਹਿਲੇ ਮੁਹੱਲਾ ਤੇ ਇੰਨੇ ਜੋਗੇ ਤੇ ਕੋਈ ਬੰਦਾ ਵੀ ਨਹੀਂ, ਜਿਵੇਂ ਮੁਲਕੀ ਹਾਲਾਤ ਨੇ ਹਰ ਬੰਦਾ ਪਰੇਸ਼ਾਨ ਹੈ। ਤੇ ਇਹ ਜਿਹੜਾ ਛੱਪੜ ਦੇ ਨਾਲ ਜਿਹੜੀ ਸੂਰਤ ਹਾਲ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਅਸਾਂ ਲੋਕਾਂ ਆਪ ਹੀ ਸਾਡੀਆਂ ਮੁਸ਼ਕਲਾਂ ਵਧੀਆਂ, ਅਸਾਂ ਲੋਕਾਂ ਆਪ ਹੀ ਛੱਪੜ ਮਲਣੇ ਸ਼ੁਰੂ ਕਰ ਦਿੱਤੇ ਨੇ, ਜਿਹਦੀ ਵਜ੍ਹਾ ਤੋਂ ਇਹ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ। ਵੇਖੋ ਜਿਨ੍ਹਾਂ ਮਾਲੇ ਨੇ ਉਹ ਤਾਂ ਆਪਣੀ ਜਗ੍ਹਾ 'ਤੇ ਸਕੂਨ ਨਾਲ ਬੈਠੇ ਨੇ, ਪਿੱਛੋਂ ਸਾਰਾ ਗੰਦ ਤੇ ਸਾਡੇ ਗਰੀਬਾਂ ਦੇ ਬੂਹੇ ਆ ਗਿਆ ਨਾ, ਅਸੀਂ ਤਾਂ ਪਰੇਸ਼ਾਨ ਹੋ ਗਏ। ਤਕਰੀਬਨ 1 ਸਾਲ ਤੋਂ ਅਸੀਂ ਲੋਕ ਇੰਝ ਹੀ ਮੁਸ਼ਕਲਾਂ ਦੇ ਵਿੱਚ ਗੁਜ਼ਰ ਰਹੇ ਹਾਂ। ਕੋਈ ਥੋੜ੍ਹੇ ਜਿਹੇ ਪੈਸੇ ਇਕੱਠੇ ਕਰਨੇ, ਅਸੀਂ ਆਪਣੀ ਸਫਾਈ ਕਰਵਾ ਲੈਣਾ, ਫਿਰ ਕੋਈ 2-4 ਮਹੀਨੇ ਗੁਜ਼ਰਦੇ ਨੇ। ਉਹ ਜਿਹਨੂੰ ਵੀ ਪੁੱਛੋ ਵੀ ਆਂਦਾ ਕਿ ਯਾਰ ਕੋਈ ਪੱਕਾ ਹੱਲ ਹੋਣਾ ਚਾਹੀਦਾ, ਅਤੇ ਪੱਕਾ ਹੱਲ ਤੇ ਅਸੀਂ ਯਾਰ ਮਾੜੇ ਬੰਦੇ ਹਾਂ, ਮਾੜੇ ਲੋਕ ਹਾਂ, ਅਸੀਂ ਇਹ ਵੱਡਾ ਕੰਮ ਹੈ ਅਸੀਂ ਤਾਂ ਨਹੀਂ ਕਰਵਾ ਸਕਦੇ, ਇਹ ਤਾਂ ਗੌਰਮੈਂਟ ਦਾ ਹੀ ਕੰਮ ਹੈ। ਅਤੇ ਤੁਸੀਂ ਬੜੀ ਮਿਹਰਬਾਨੀ, ਤੁਸੀਂ ਆਏ ਹੋ ਅਤੇ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਸਾਡੀ ਗੱਲ ਕਿਤੇ ਉਤਲੇ ਲੈਵਲ 'ਤੇ ਜਾਏ ਅਤੇ ਸਾਡਾ ਕੋਈ ਹੱਲ ਹੋ ਜਾਵੇ, ਅਤੇ ਮਿਹਰਬਾਨੀ, ਸ਼ੁਕਰੀਆ ਜੀ। ਮੇਰੇ ਕੋਲ ਇਸ ਵਕਤ ਮੇਰੇ ਪਿੰਡ ਦੇ ਬਜ਼ੁਰਗ ਤਾਲਬ ਸਾਹਿਬ ਜਿਹੜੇ ਨੇ ਮੌਜੂਦ ਨੇ ਔਰ ਕਾਫੀ ਉਮਰ ਰਸੀਦਾ ਵੀ ਨੇ, ਅਤੇ ਆਓ ਉਹਨਾਂ ਨਾਲ ਗੱਲ ਕਰਾਂ। ਜੀ ਅਸਲਾਮ ਵਾਲੇਕਮ ਬਾਬਾ ਜੀ। ਅੱਛਾ ਜੀ, ਸਾਨੂੰ ਇਹ ਪਾਣੀ ਕਾਫੀ ਚਿਰ ਹੋ ਗਿਆ ਤੇ ਉਦੋਂ ਛੱਪੜਾਂ 'ਚ ਪਾਣੀ ਪਚ ਜਾਂਦਾ ਸੀ। ਹੁਣ ਦੁਆਲਿਓਂ ਬੜੇ ਗਏ ਨੇ, ਛੱਪੜ ਨਹੀਂ ਪਾਣੀ ਪਹੁੰਚਾਉਂਦਾ, ਸਾਡੇ ਪਾਣੀ ਦਾ ਨਿਕਾਸ ਕੋਈ ਨਹੀਂ। ਹਾਂ, ਇਹਦਾ ਕੋਈ ਹੱਲ ਸੋਚਣਾ ਚਾਹੀਦਾ, ਜੇ ਤੁਸੀਂ ਆਪ ਜਨਾਬ ਸੋਚੋ ਤੇ। ਆ ਜੀ ਸਾਡੇ ਭਾਜੀ ਆਏ ਨੇ, ਭਾ ਹਫੀਜ਼ ਸਾਹਿਬ, ਮਾਸ਼ਾਅੱਲਾ। ਇਹ ਮੋਟਰਸਾਈਕਲ ਤੋਂ ਆ ਰਹੇ ਨੇ, ਉਹ ਸਾਹਿਬਜ਼ਾਦੇ ਨੇ ਮੋਟਰਸਾਈਕਲ ਤੋਂ ਬਗੈਰ ਤਾਂ ਲੰਘਿਆ ਵੀ ਨਹੀਂ ਜਾਂਦਾ ਇੱਥੇ, ਤੇ ਇਹਨਾਂ ਨਾਲ ਗੱਲ ਕਰਨੇ ਆ ਜੀ। ਗੋਡੇ ਗੋਡੇ ਪਾਣੀ ਖਲੋਤਾ ਹੈ, ਕੱਪੜੇ ਪਲੀਤ ਹੁੰਦੇ ਨੇ, ਅਸੀਂ ਤੇ ਪਿੱਟਨੇ ਆ ਕਿਤੇ ਬਣ ਜਾ, ਕੋਈ ਅੱਲਾ ਪਾ ਕੇ ਬਣਾ ਦਾ, ਕੋਈ ਬੰਦਾ ਚੰਗਾ ਆਵੇ ਸਾਨੂੰ ਬਣਾ ਦਾ, ਅਸੀਂ ਲੰਘੀਏ ਤਾਂ ਸਹੀ। ਜੀ ਭਾਈ ਇਫਤਿਖਾਰ ਸਾਹਿਬ, ਤੁਸੀਂ ਇਸ ਹਵਾਲੇ ਨਾਲ, ਤੁਸੀਂ ਚੁੱਕੇ ਤੁਹਾਡਾ ਘਰ ਵੀ ਨਾਲ ਹੈ, ਉਹ ਮੇਰਾ ਹਾਲ ਹੈ ਕਿ ਜਿੰਨਾ ਪ੍ਰੋਬਲਮ ਤੁਹਾਨੂੰ ਇਸ ਵਕਤ ਹੈ ਉਹ ਸ਼ਾਇਦ ਘੱਟ ਹੋਵੇਗੀ ਜਿਨ੍ਹਾਂ ਲੋਕਾਂ ਦੇ ਦਰਵਾਜ਼ਿਆਂ ਕੇ ਸਿਲਸਿਲੇ ਨੇ, ਤੁਸੀਂ ਇਸ ਹਵਾਲੇ ਨਾਲ ਕੀ ਕਰਨਾ ਚਾਹੋਗੇ? अस्सलाम वालेकुम। ਅਸੀਂ ਬਹੁਤ ਹੀ ਪਰੇਸ਼ਾਨ ਹਾਂ ਕਿਉਂਕਿ ਮਾਂ ਮਸਜਿਦ ਦੂਸਰੇ ਨੰਬਰ ਤੇ ਇਹ ਹੈ ਕਿ ਦੇਖੋ ਤੁਹਾਡੇ ਸਾਹਮਣੇ ਇਹ ਪਾਣੀ ਕਿੰਨਾ ਖੜਾ ਹੈ।
ਸ਼ਾਦੀ ਵੀ ਉਹਨਾਂ ਦੀ ਹੈ, ਬਿਲਕੁਲ ਅਸੀਂ ਉਹਨਾਂ ਦੀ ਧੀ ਹੈ, ਸਾਡੀ ਧੀ ਹੈ। ਅਸੀਂ ਇਸ ਚੀਜ਼ ਨੂੰ ਬਹੁਤ ਬੁਰਾ ਮਹਿਸੂਸ ਕਰਨੇ ਹਾਂ ਕਿਉਂਕਿ ਸਾਡੇ ਕੋਲ ਬਾਹਰੋਂ ਮਹਿਮਾਨ ਆਵੇ, ਉਹ ਆ ਕੇ ਸੂਰਤ ਹਾਲ ਵੇਖੋ, ਉਹਨੇ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਮਹੱਲੇ ਨੂੰ ਗੱਲਾਂ ਕਰਨੀਆਂ ਨੇ। ਕੋਈ ਸਾਡਾ ਉਤਲੀ ਲੈਵਲ ਤੇ ਐਸਾ ਬੰਦਾ ਸਾਡੀ ਕੋਈ ਤਾਵਨ ਨਹੀਂ ਕਰਦਾ। ਜਿਹੜਾ ਤਾਵਨ ਅਸੀਂ ਆਪਣੇ ਖੁਦ ਬਖੁਦ ਕਰ ਰਹੇ ਹਾਂ, ਅਸੀਂ ਹਰ ਬੰਦੇ ਨੂੰ ਕਹਿ ਚੁੱਕੇ ਹਾਂ, ਲੇਕਿਨ ਸਾਡੇ ਬਾਰੇ ਜੇ ਇਸ ਮਹੱਲੇ ਦੇ ਬਾਰੇ 'ਚ ਕੋਈ ਬੰਦਾ ਨਹੀਂ ਸੋਚਦਾ। ਬੱਚੀਆਂ ਸਕੂਲ ਹੈ, ਸਕੂਲ ਦੇ ਵਿੱਚ ਬੱਚੇ ਸੁਬਾਹ ਜਾਂਦੇ ਨੇ, ਫਸਟ ਟਾਈਮ ਮੈਂ ਸੁਬਾਹ ਬਾਹਰ ਨਿਕਲਣਾ, ਮੈਨੂੰ ਪਤਾ ਹੁੰਦਾ ਕੋਈ ਬੱਚਾ ਡਿੱਗਾ ਹੁੰਦਾ, ਉਹਨੂੰ ਕਿਸ ਤਰੀਕੇ ਨਾਲ ਡੀਲ ਕਰਨਾ, ਕਿਸ ਤਰ੍ਹਾਂ ਨੂੰ ਲੈ ਕੇ ਜਾਣਾ। ਪਾਣੀ ਬਾਹਰ ਨਿਕਲਿਆ, ਸੁਬਾਹ ਸਵੇਰੇ ਉੱਠੀ ਦਾ, ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਅਸੀਂ ਕੋਈ ਛੋਟੀ ਫੜਨਾ, ਨਿਕਾਸ ਪਾਣੀ ਦਾ ਕੱਢਣਾ, ਚਲੋ ਯਾਰ ਕੋਈ ਮਾਂ ਮਸਜਿਦ ਲੰਘ ਜੇ, ਨਮਾਜ਼ਾਂ ਲੋਕਾਂ ਪੜ੍ਹਨੀ, ਲੇਕਿਨ ਬਹੁਤ ਹੀ ਪ੍ਰੋਬਲਮ ਸਾਡੇ ਲਈ ਬਣੀ ਹੈ। ਇਸ ਪ੍ਰੋਬਲਮ ਦਾ ਹੱਲ ਮਿਹਰਬਾਨੀ ਹੈ ਉਤਲੇ ਲੈਵਲ 'ਤੇ ਜਿੱਥੇ ਵੀ ਇਹਨਾਂ ਦੀ ਮਿਹਰਬਾਨੀ ਕਿ ਸਾਡੇ ਤਾਵਨ ਹੋ ਸਕਦਾ। ਸਾਡੇ ਗੱਲਾਂ ਸੁਣੀਆਂ ਸਾਰਿਆਂ ਦੋਸਤਾਂ ਦੀਆਂ, ਬਜ਼ੁਰਗਾਂ ਦੀਆਂ ਵੀ ਸੁਣੀਆਂ, ਔਰ ਅਲੀ ਭੱਟ ਨੇ ਜਿਹੜੀ ਗੱਲ ਕੀਤੀ ਮੈਂ ਉਸੇ ਗੱਲ ਨੂੰ ਹੀ ਦੁਹਰਾਵਾਂਗਾ ਅਲੀ ਭੱਟ ਦੀ ਨੂੰ, ਕਿ ਜਦੋਂ ਤੱਕ ਅਸੀਂ ਪਾਣੀ ਦੀਆਂ ਗੁਜ਼ਰਗਾਵਾਂ ਬੰਦ ਕਰਦੇ ਰਹਾਂਗੇ ਔਰ ਛੱਪੜਾਂ 'ਤੇ ਕਬਜ਼ੇ ਕਰਦੇ ਰਹਾਂਗੇ, ਔਰ ਜਿਸ ਤਰ੍ਹਾਂ ਅਲੀ ਭੱਟ ਨੇ ਆਖਿਆ ਕਿ ਉਹ ਲੋਕ ਤਾਂ ਸਕੂਨ ਦੇ ਨਾਲ ਨੇ ਲੇਕਿਨ ਪਰੇਸ਼ਾਨੀਆਂ ਤੁਹਾਡੀਆਂ ਨੇ। ਅਤੇ ਦੋਸਤੋ, ਜਦੋਂ ਅਸੀਂ ਇਹਨਾਂ ਮਾਮਲਾਂ 'ਚ ਆਪਣੀਆਂ ਅੱਖਾਂ ਬੰਦ ਕਰਾਂਗੇ, ਉਹਦਾ ਖਮਿਆਜ਼ਾ ਤਾਂ ਫਿਰ ਸਾਰਿਆਂ ਨੂੰ ਭੁਗਤਣਾ ਪੈਣਾ ਨਾ। ਇਸ ਵਾਸਤੇ ਮੈਂ ਖਸੂਸੀ ਤੌਰ 'ਤੇ ਇਸ ਪਿੰਡ ਦੇ ਜਿਹੜੇ ਸਾਡੇ ਦੋਸਤ ਨੇ, ਮੈਂ ਵਕਤਨ ਫਕਤਨ ਉਹਨਾਂ ਨੂੰ ਵੀ ਮਿਲਾਂਗਾ ਔਰ ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਇਸ ਮਸਲੇ ਵਾਸਤੇ ਰਲ ਕੇ ਬਹਿਣ, ਔਰ ਅੱਜ ਜੇ ਅਸੀਂ ਰਲ ਕੇ ਬਹਾਂਗੇ ਤਾਂ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ। ਅਗਰ ਅਸੀਂ ਰਲ ਕੇ ਨਾ ਬੈਠੇ ਤਾਂ ਇਹ ਹਾਲਾਤ ਸਿਰਫ ਇੱਕ ਘਰ ਦੇ ਜਾਂ 10 ਘਰਾਂ ਦਾ ਨਹੀਂ, ਬਲਕਿ ਪੂਰਾ ਪਿੰਡ ਫਿਰ ਇਸ ਦਾ ਨਤੀਜਾ ਜਿਹੜਾ ਭੁਗਤਣ ਵਾਸਤੇ ਤਿਆਰ ਹੋ ਜੇ। ਮੈਂ ਗੁਜ਼ਾਰਿਸ਼ ਕਰਾਂਗਾ ਆਲਾ ਹਕਾਮ ਅੱਗੇ ਔਰ ਹਕੂਮਤੀ ਜਿਹੜੇ ਇਸ ਵਕਤ ਲੋਕ ਕੰਮ ਕਰ ਰਹੇ ਨੇ ਉਹਨਾਂ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਕਿ ਇਹਨਾਂ ਦੀ ਪ੍ਰੋਬਲਮ ਸਮਝੋ, ਔਰ ਖਸੂਸੀ ਤੌਰ 'ਤੇ ਫਿਰ ਇੱਕ ਵਾਰੀ ਮੈਂ ਅੱਲਾ ਅੱਗੇ ਦੁਆ ਕਰਨਾ ਕਿ ਅੱਲਾਹ ਤਾਲਾ ਸਾਨੂੰ ਤੌਫੀਕ ਅਤਾ ਫਰਮਾਏ ਕਿ ਜਿਹੜਿਆਂ ਸਾਡਿਆਂ ਬਜ਼ੁਰਗਾਂ ਨੇ ਸਾਡੇ ਵਾਸਤੇ ਜਗ੍ਹਾ ਛੱਡੀਆਂ ਸਨ ਰਫਾਇਆਮਾਂ ਵਾਸਤੇ, ਸਾਨੂੰ ਰਫਾਇਆਮਾਂ ਵਾਸਤੇ ਹੀ ਇਸਤੇਮਾਲ ਕਰਨ ਤੌਫੀਕ ਅਤਾ ਫਰਮਾਏ। ਪਾਕਿਸਤਾਨ ਜ਼ਿੰਦਾ।